ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਖਾਰੀ ਮਹੱਲਾ ਪਹਿਲਾ। ਤਾਰ ਚੜਿਆ ਲੰਮਾ ਕਿਉ ਨਦਰ ਨਿਹਾਲਿਆ ਰਾਮ। ਸੇਵਕ ਪੂਰ ਕਰਮਾ ਸਤਿਗੁਰ ਸ਼ਬਦਾ ਦਿਖਾਲਿਆ ਰਾਮ। ਤਾਰ ਚੜਿਆ ਲੰਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।
ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਖਾਰੀ ਮਹੱਲਾ ਪਹਿਲਾ। ਤੁਖਾਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੋ ਭਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਤਾਰਾ ਚੜਿਆ ਲੰਮਾ। ਜਿਵੇਂ ਬੋਦੀ ਵਾਲਾ ਤਾਰਾ ਰਾਤ ਨੂੰ ਬਹੁਤ ਚਮਕਦਾ ਹੁੰਦਾ ਹੈ, ਉਸੇ ਦ੍ਰਿਸ਼ਟਾਂਤ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਪਰਮਾਤਮਾ ਰੂਪ ਲੰਮਾ ਤਾਰਾ ਇਹ ਪ੍ਰਗਟ ਹੋ ਰਿਹਾ ਹੈ। ਭਾਵ ਉਹ ਪ੍ਰਭੂ ਸਾਰੇ ਪ੍ਰਕਾਸ਼ ਰਿਹਾ ਹੈ। ਕਿਉਂ ਨਦਰ ਨਿਹਾਲਿਆ ਰਾਮਾ। ਜਗਿਆਸੂ ਕਹਿੰਦਾ ਹੈ ਕਿ ਉਹ ਰਾਮ ਰੂਪ ਤਾਰਾ ਕਿਵੇਂ ਕਰਕੇ ਦ੍ਰਿਸ਼ਟੀ ਨਾਲ ਦੇਖਿਆ ਜਾਵੇ, ਤਾਂ ਗੁਰੂ ਸਾਹਿਬ ਜੀ ਉੱਤਰ ਵਿੱਚ ਕਥਨ ਕਰਦੇ ਹਨ। ਸੇਵਕ ਪੂਰ ਕਰਮਾ। ਇਹ ਭਾਈ ਜਿਨ੍ਹਾਂ ਦਾਸਾਂ ਦੇ ਪੂਰਨ ਕਰਮ ਹਨ, ਜਾਂ ਜਿਨ੍ਹਾਂ ਉੱਪਰ ਪਰਮਾਤਮਾ ਦੀ ਪੂਰਨ ਕਿਰਪਾ ਹੈ। ਸਤਿਗੁਰਾ ਸ਼ਬਦ ਦਿਖਾਲਿਆ ਰਾਮਾ। ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਉਪਦੇਸ਼ ਦੁਆਰਾ ਵਿਖਾਉਣਾ ਕੀਤਾ ਹੈ। ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ। ਗੁਰਾਂ ਨੇ ਉਪਦੇਸ਼ ਦੁਆਰਾ ਜਿਨ੍ਹਾਂ ਨੂੰ ਹਰੀ ਵਿਖਾਉਣਾ ਕੀਤਾ ਹੈ, ਉਹਨਾਂ ਨੇ ਸੱਚਾ ਨਾਮ ਸੰਭਾਲਣਾ ਕੀਤਾ ਹੈ। ਇਸੇ ਪ੍ਰਕਾਰ ਗੁਰ ਸ਼ਬਦ ਦਿਖਾਲਿਆ ਸੱਚ ਸੰਭਾਲਿਆ। ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਦੁਆਰਾ ਸੱਚਾ ਨਾਮ ਚੇਤੇ ਕੀਤਾ ਹੈ, ਉਹਨਾਂ ਨੂੰ ਗੁਰਾਂ ਨੇ ਉਹ ਸੱਚ ਸਰੂਪ ਪ੍ਰਗਟ ਕਰਕੇ ਵਿਖਾਉਣਾ ਕੀਤਾ ਹੈ। ਅਹਨਸ ਦੇਖ ਵਿਚਾਰਿਆ। ਉਹ ਦਿਨ ਰਾਤ ਵਿਚਾਰ ਕਰਕੇ ਹਰੀ ਨੂੰ ਵੇਖਦੇ ਹਨ। ਤਾਵਤ ਪੰਚ ਰਹੇ ਕਰ ਜਾਣਿਆ। ਉਹਨਾਂ ਦੇ ਦੌੜਦੇ ਹੋਏ ਪੰਜੇ ਗਿਆਨ ਇੰਦਰੀ ਵਿਸ਼ਿਆਂ ਵੱਲੋਂ ਰਹਿਤ ਹੋ ਜਾਂਦੇ ਹਨ, ਜਾਂ ਉਹ ਪੰਜਾਂ ਕਾਮ ਆਦਿਕ ਵਿਕਾਰਾਂ ਦੀ ਧੌਣੀ ਤੋਂ ਰਹਿਤ ਹੋ ਜਾਂਦੇ ਹਨ। ਘਰ ਜਾਣਿਆ, ਉਹਨਾਂ ਨੇ ਆਪਣੇ ਸਰੂਪ ਨੂੰ ਜਾਣ ਲਿਆ ਹੈ। ਕਾਮ ਕਰੋਧ ਬਿਖ ਮਾਰਿਆ। ਜਾਂ ਘਰ ਦੇ ਵਿੱਚ ਹੀ ਵਾਹਿਗੁਰੂ ਜੀ ਨੂੰ ਜਾਣ ਲਿਆ ਹੈ, ਅਤੇ ਜ਼ਹਿਰਵਤ ਜ਼ਹਿਰੀਲੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਵੀ ਮਾਰਨਾ ਕੀਤਾ ਹੈ, ਜਾਂ ਜ਼ਹਿਰੂ ਮਾਇਆ ਦੀ ਇੱਛਾ ਨੂੰ ਵੀ ਨਿਵਰਤ ਕੀਤਾ ਹੈ। ਅੰਤਰ ਜੋਤ ਭਈ ਗੁਰ ਸਾਖੀ। ਗੁਰਾਂ ਦੀ ਸਿੱਖਿਆ ਦੁਆਰਾ ਉਹਨਾਂ ਦੇ ਹਿਰਦੇ ਵਿੱਚ ਜੋਤੀ ਸਰੂਪ ਦੀ ਗਿਆਤ ਹੋਈ ਹੈ। ਚੀਨੇ ਰਾਮ ਕਰਮਾ। ਅਤੇ ਉਹਨਾਂ ਨੇ ਕਰਮ ਬਖਸ਼ੀ ਕਰਨ ਵਾਲੇ ਕਿਰਪਾਲੂ ਪਰਮਾਤਮਾ ਜੀ ਜਾਣੇ ਹਨ। ਨਾਨਕ ਹਉਮੈ ਮਾਰ ਪਤੀਣੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਮਨੁੱਖ ਆਪਣੀ ਹਮਦਾ ਮਮਦਾ ਨੂੰ ਮਾਰ ਕੇ ਹਰੀ ਉੱਪਰ ਪਤੀਜ ਗਏ ਹਨ। ਤਾਰ ਚੜਿਆ ਲੰਮਾ।
ਨੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹਰੀ ਰੂਪ ਤਾਰਾ ਚੜਿਆ ਭਾਵ ਸਾਖਿਆਤਕਾਰ ਹੋਇਆ ਹੈ। ਗੁਰਮੁਖ ਜਾਗ ਰਹੇ ਇਹ ਭਾਈ ਗੁਰਮੁਖ ਜਨ ਗਿਆਨ ਅਵਸਥਾ ਵਿੱਚ ਸਦਾ ਜਾਗ ਰਹੇ ਹਨ। ਚੂਕੀ ਅਬਮਾਨੀ ਰਾਮ ਉਹਨਾਂ ਦੇ ਅੰਦਰੋਂ ਹੰਕਾਰ ਵਾਲੀ ਬਿਰਤੀ ਚੁੱਕ ਗਈ, ਨਿਵਰਤ ਹੋ ਗਈ ਹੈ। ਅਣ ਦਿਨ ਪੂਰ ਭਇਆ ਉਹਨਾਂ ਨੂੰ ਨਿਰੰਤਰ ਇੱਕ ਰਸ ਗਿਆਨ ਰੂਪ ਦਿਨ ਚੜਿਆ ਹੋਇਆ ਹੈ। ਸਾਚ ਸਮਾਨੀ ਰਾਮ ਅਤੇ ਉਹਨਾਂ ਦੀ ਬਿਰਤੀ ਸੱਚੇ ਪਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਹੈ। ਸਾਚ ਸਮਾਨੀ ਗੁਰਮੁਖ ਮਨ ਭਾਨੀ ਜਿਨ੍ਹਾਂ ਗੁਰਮੁਖਾਂ ਦੀ ਕਿਰਿਆ ਹਰੀ ਨੂੰ ਮਨ ਵਿੱਚ ਚੰਗੀ ਲੱਗੀ ਹੈ, ਜਾਂ ਜਿਨ੍ਹਾਂ ਦੇ ਮਨ ਵਿੱਚ ਮੁਖੀ ਗੁਰਾਂ ਦੀ ਸਿੱਖਿਆ ਚੰਗੀ ਲੱਗੀ ਹੈ, ਉਹਨਾਂ ਦੀ ਬਿਰਤੀ ਸੱਚੇ ਪਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਹੈ। ਗੁਰਮੁਖ ਸਾਬਤ ਜਾਗੇ ਅਤੇ ਉਹੀ ਗੁਰਮੁਖ ਗਿਆਨ ਅਵਸਥਾ ਵਿੱਚ ਜਾਗੇ ਹੋਏ ਸਾਬਤ ਜੀਵਨ ਵਾਲੇ ਹਨ। ਸਾਚ ਨਾਮ ਅੰਮ੍ਰਿਤ ਗੁਰ ਦੀਆ ਜਿਨ੍ਹਾਂ ਨੂੰ ਸਤਿਗੁਰਾਂ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸੱਚਾ ਨਾਮ ਦੇਣਾ ਕੀਤਾ ਹੈ। ਹਰ ਚਰਣੀ ਲਿਵ ਲਾਗੇ ਉਹਨਾਂ ਦੀ ਹਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਿਰਤੀ ਪ੍ਰੀਤੀ ਲੱਗਦੀ ਹੈ। ਪ੍ਰਗਟੀ ਜੋਤਾ ਜੋਤ ਮਹ ਜਾਤਾ ਗੁਰਮੁਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਗਿਆਤ ਪ੍ਰਗਟ ਹੋਈ ਹੈ। ਤੇ ਇਸ ਗਿਆਨ ਕਰਕੇ ਉਹਨਾਂ ਨੇ ਜੋਤੀ ਸਰੂਪ ਪਰਮਾਤਮਾ ਵਿੱਚ ਸਾਰਾ ਜਗਤ ਜਾਣਨਾ ਕੀਤਾ ਹੈ। ਇਸੇ ਪ੍ਰਕਾਰ ਪ੍ਰਗਟੀ ਜੋਤਾ ਜੋਤ ਮਹ ਜਾਤਾ ਜਿਸ ਪਰਮਾਤਮਾ ਦੀ ਜੋਤ ਸਾਰੇ ਬ੍ਰਹਿਮੰਡ ਵਿੱਚ ਪ੍ਰਕਾਸ਼ ਰਹੀ ਹੈ, ਉਸ ਅਦਵੈਤ ਆਨੰਦ ਸਰੂਪੀ ਜੋਤ ਨੂੰ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ ਵਸਦੀ ਜਾਣਨਾ ਕੀਤਾ ਹੈ। ਮਨ ਮੁਖ ਪਰਮ ਬੁਲਾਣੀ ਪਰ ਮਨਮੁਖਾਂ ਦੀ ਬਿਰਤੀ ਭਰਮ ਦੇ ਵਿੱਚ ਹੀ ਭੁੱਲੀ ਹੋਈ ਹੈ, ਜਾਂ ਭਰਮ ਕਰਕੇ ਭੁੱਲਣ ਵਿੱਚ ਆ ਰਹੀ ਹੈ। ਨਾਨਕ ਪੂਰ ਭਇਆ ਮਨ ਮਾਨਿਆ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਇਉਂ ਜਦੋਂ ਗੁਰਮੁਖਾਂ ਨੂੰ ਗਿਆਨ ਰੂਪੀ ਦਿਨ ਦਾ ਪ੍ਰਕਾਸ਼ ਹੋ ਗਿਆ, ਤਦੋਂ ਉਹਨਾਂ ਦਾ ਵਾਹਿਗੁਰੂ ਦੇ ਸਰੂਪ ਦੇ ਵਿੱਚ ਮਨ ਮੰਨ ਗਿਆ ਹੈ। ਜਾਗਤ ਰਹਿਣ ਵਿਹਾਣੀ ਇੰਜ ਉਹਨਾਂ ਦੀ ਉਮਰ ਰੂਪੀ ਰਾਤ ਗਿਆਨ ਅਵਸਥਾ ਵਿੱਚ ਜਾਗਦਿਆਂ ਹੀ ਬਤੀਤ ਹੋਈ ਹੈ। ਔਗਣ ਵਿਸਰਿਆ ਇਹ ਭਾਈ ਗੁਰਮੁਖਾਂ ਦੇ ਅੰਦਰੋਂ ਗੁਨਾਹ ਵਿਸਰ ਗਏ, ਭਾਵ ਨਾਸ ਹੋ ਗਏ ਹਨ। ਗੁਣੀ ਘਰ ਕੀਆ ਰਾਮ ਅਤੇ ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਗੁਣਾਂ ਨੇ ਨਿਵਾਸ ਕੀਤਾ ਹੈ। ਇਸੇ ਪ੍ਰਕਾਰ ਔਗਣ ਵਿਸਰਿਆ ਔਗਣਾਂ ਵਾਲਾ ਮਨੁੱਖ ਪਰਮਾਤਮਾ ਨੂੰ ਭੁੱਲੀ ਬੈਠਾ ਹੈ। ਗੁਣੀ ਘਰ ਕੀਆ ਰਾਮ ਅਤੇ ਗੁਣਵਾਨ ਗੁਰਮੁਖਾਂ ਨੇ ਆਪਣੇ ਸਰੂਪ ਰੂਪ ਘਰ ਦੇ ਵਿੱਚ ਨਿਵਾਸ ਕੀਤਾ ਹੈ। ਏਕੋ ਰਵ ਰਹਿਆ ਇਹ ਭਾਈ ਉਹਨਾਂ ਨੂੰ ਐਸਾ ਨਿਸ਼ਚੈ ਹੋਇਆ ਹੈ ਕਿ ਇੱਕ ਪਰਮਾਤਮਾ ਹੀ ਸਾਰੇ ਵਿਆਪਕ ਹੋ ਰਿਹਾ ਹੈ। ਅਵਰ ਨਬੀਆਂ ਰਾਮ ਉਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ। ਕੋਈ ਦੂਜਾ ਹੋਏ
ਸੋ ਅਵਰੋ ਕਹੀਐ। ਰਵ ਰਹਿਆ ਸੋਈ ਅਵ ਉਹ ਪਰਮਾਤਮਾ ਸਭ ਥਾਈਂ ਵਿਆਪਕ ਹੋ ਰਿਹਾ ਹੈ। ਅਵਰ ਨ ਕੋਈ ਉਸ ਵਰਗਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਮਨ ਹੀ ਤੇ ਮਨ ਮਾਨਿਆ ਗੁਰਾਂ ਦੇ ਮੰਤਰ ਤੋਂ ਹੀ ਉਸ ਸਰੂਪ ਦੇ ਵਿੱਚ ਗੁਰਮੁਖਾਂ ਦਾ ਮਨ ਮੰਨਿਆ ਹੈ, ਜਾਂ ਅਸ਼ੁੱਧ ਮਨ ਹੀ ਸ਼ੁੱਧ ਮਨ ਨਾਲ ਮੰਨ ਗਿਆ ਹੈ। ਜੈਨਾ ਜਲ ਥਲ ਤ੍ਰਿਭਵਨ ਕਟ ਕਟ ਥਾਪਿਆ ਜਿਸ ਪਰਮਾਤਮਾ ਨੇ ਪਾਣੀ ਵਾਲੀ ਥਾਂ, ਖੁਸ਼ਕ ਥਾਵਾਂ, ਤਿੰਨੇ ਲੋਕ ਅਤੇ ਘਟਾਂ ਘਟਾਂ ਨੂੰ ਅਸਥਿਤ ਕੀਤਾ ਹੈ, ਇਸੇ ਪ੍ਰਕਾਰ ਜੈਨਾ ਜਲ ਥਲ ਤ੍ਰਿਭਵਨ ਘਟ ਘਟ ਥਾਪਿਆ ਜਲ ਦੀ ਨਿਆਈ ਪ੍ਰੇਮੀ, ਥਲ ਦੀ ਨਿਆਈ ਕਨਿਸ਼ਟ ਅਧਿਕਾਰੀ, ਤਿੰਨਾਂ ਭਵਨਾਂ ਦੀ ਨਿਆਈ ਰਾਜਸੀ, ਤਾਮਸੀ, ਸਾਤਕੀ ਜੀਵਾਂ ਨੂੰ ਘਟਾ ਘਟਾਂ ਵਿੱਚ ਸਥਿਤ ਕੀਤਾ ਹੈ। ਸੋ ਪ੍ਰਭ ਗੁਰਮੁਖ ਜਾਣਿਆ ਉਹ ਪਰਮਾਤਮਾ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖਾਂ ਨੇ ਜਾਣਨਾ ਕੀਤਾ ਹੈ। ਕਰਨ ਕਾਰਨ ਸਮਰੱਥ ਅਪਾਰਾ ਉਹ ਪਰਮਾਤਮਾ ਸਾਰੇ ਕਾਰਜਾਂ ਨੂੰ ਆਪ ਕਰਨ ਅਤੇ ਹੋਰਨਾਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਸਰਬ ਸ਼ਕਤੀਮਾਨ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਤ੍ਰਿਪਦ ਮੇਟ ਸਮਾਈ ਗੁਰਮੁਖਾਂ ਨੇ ਤਿੰਨ ਪ੍ਰਕਾਰ ਦੀ ਵਾਸ਼ਨਾ, ਸੁਤ ਬਿਤ ਲੋਕ ਈਖਨਾ ਤੀਨੀ, ਇਹ ਨਿਮਿਰਤ ਕਰਕੇ ਉਸ ਵਿੱਚ ਆਪਣੀ ਲੀਨਤਾ ਪਾਉਣਾ ਕੀਤੀ ਹੈ। ਨਾਨਕ ਅਵਗੁਣ ਗੁਣ ਸਮਾਣੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖਾਂ ਨੇ ਅਜਿਹੀ ਗੁਰਾਂ ਦੀ ਸਿੱਖਿਆ ਪ੍ਰਾਪਤ ਕੀਤੀ ਹੈ ਕਿ ਹਿਰਦੇ ਵਿੱਚ ਸ਼ੁਭ ਗੁਣ ਧਾਰਨ ਕਰਕੇ ਗੁਨਾਹ ਸਮਾ ਗਏ, ਨਿਵਰਤਕ ਹੋ ਗਏ ਨੇ। ਐਸੀ ਗੁਰਮਤਿ ਪਾਈ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਗੁਰਮਤਿ ਦੁਆਰਾ ਨਾਮ ਨੂੰ ਪਾਇਆ, ਗੁਰਾਂ ਦੀ ਸਿੱਖਿਆ ਨੂੰ ਧਾਰਨ ਕਰਕੇ ਨਾਮ ਜਪਿਆ ਤਾਂ ਆਪਣੇ ਆਪ ਜਿਹੜੇ ਅਵਗੁਣ ਸਨ ਉਹ ਗੁਣਾਂ ਦੇ ਵਿੱਚ ਸਮਾ ਗਏ, ਮਤਲਬ ਅਵਗੁਣ ਨਿਵਰਤ ਹੋ ਗਏ, ਉਹਦੇ ਬਦਲੇ ਗੁਣ ਬਣ ਗਏ। ਆਵਣ ਜਾਣ ਰਹੇ ਜਿਵੇਂ ਧੰਨ ਬਾਬਾ ਬਿਧੀ ਚੰਦ ਸਾਹਿਬ ਦੇ ਵਿੱਚ ਅਵਗੁਣ ਸੀਗਾ, ਜਦੋਂ ਭਾਈ ਅਦਲੀ ਜੀ ਦੀ ਸ਼ਰਨ ਵਿੱਚ ਆਏ, ਚੋਰੀ ਦੀਆਂ ਮੱਝਾਂ ਛੱਪੜ 'ਚ ਵਾਰ ਕੇ, ਛੱਪੜ ਦੇ ਵਿੱਚ ਵਾੜ ਕੇ ਫਿਰ ਚਰਨ ਫੜੇ ਸਨ, ਤੇ ਉਹ ਜਿਹੜਾ ਬਾਬਾ ਜੀ ਦਾ ਅਵਗੁਣ ਸੀਗਾ ਗੁਰੂ ਘਰ ਦੇ ਵਿੱਚ ਉਹ ਗੁਣ ਬਣ ਗਿਆ। ਜੋ ਸੰਗਤ ਦੇ ਜਰਵਾਣੀਆਂ ਘੋੜੇ ਖੋਹ ਲਏ ਸੀ, ਉਹਨਾਂ ਨੂੰ ਬਾਬਾ ਜੀ ਨੇ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਗੁਰੂ ਘਰ ਪਹੁੰਚਾਇਆ। ਪੱਟੀ ਦੇ ਰਾਜਿਆਂ ਨੇ ਦੁਸ਼ਾਲੇ ਖੋਹ ਲਏ ਸੀ, ਨਵਾਬਾਂ ਨੇ, ਉਹ ਵੀ ਬਾਬਾ ਜੀ ਨੇ ਦਿਨ ਦਿਹਾੜੇ ਤੇ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਦੁਸ਼ਾਲੇ ਗੁਰੂ ਘਰ ਪਹੁੰਚਾਉਣਾ ਕੀਤੇ। ਇਹੋ ਅਵਗੁਣ ਗੁਣ 'ਚ ਬਦਲ ਗਏ, ਸੇਵਾ 'ਚ ਬਦਲ ਗਏ। ਐਸੀ ਮਹਾਰਾਜ ਦੀ ਗੁਰਮਤਿ ਹੈ। ਝੂਕਾ ਭੋਲਾ ਰਾਮ ਇਹ ਭਾਈ ਉਹ ਜਿਹੜੇ ਗੁਰਮੁਖ ਨੇ ਆਮਣ ਜਾਣ ਰਹੇ, ਆਉਣ ਜਾਣ ਤੋਂ ਰਹਿਤ ਹੋ ਗਏ ਨੇ, ਅਤੇ ਚੂਕਾ ਭੋਲਾ ਰਾਮ ਉਹਨਾਂ ਦਾ ਭੁਲੇਖਾ, ਭੋਲਾਪਨ, ਸੂਧਾਪੁਣਾ ਵੀ ਚੁੱਕਿਆ ਗਿਆ ਹੈ। ਹਉਮੈ ਮਾਰ ਮਿਲੇ ਇਹ ਭਾਈ ਉਹ ਹਮਦਾ ਮਮਦਾ ਨੂੰ ਮਾਰ ਕੇ ਹਰੀ ਨਾਲ ਮਿਲੇ ਹਨ। ਸਾਚਾ ਚੋਲਾ ਰਾਮ ਉਹਨਾਂ ਦਾ ਸਰੀਰ ਵਿਚੋਲਾ ਸੱਚਾ ਸਫਲਾ ਹੋਇਆ ਹੈ, ਜਾਂ ਬੁੱਧ ਰੂਪ ਵਿਚੋਲਾ ਸਚਾਈ ਵਾਲਾ ਹੋਇਆ ਹੈ, ਜਾਂ ਉਹਨਾਂ ਨੇ ਹਿਰਦੇ 'ਚ ਸੱਚੇ ਦੇ ਆਨੰਦ ਨੂੰ ਚੋ ਲਿਆ ਹੈ। ਹਉਮੈ
ਹੋਈ। ਉਹਨਾਂ ਦੀ ਹੰਗਤਾ ਮਮਤਾ ਗੁਣਾਂ ਨੇ ਮੇਟ ਦਿੱਤੀ ਹੈ। ਹਿਰਦੇ ਵਿੱਚ ਵਾਹਿਗੁਰੂ ਦੀ ਜੋਤ ਪ੍ਰਗਟ ਹੋਈ ਹੈ, ਜਾਂ ਲੋਕ ਪਰਲੋਕ ਵਿੱਚ ਸ਼ੋਭਾ ਪ੍ਰਗਟ ਹੋਈ ਹੈ। ਅਤੇ ਝੂਕੇ ਸੋਗ ਸੰਤਾਪੈ। ਵਿਛੋੜੇ ਕਰਕੇ ਗਮ ਤੇ ਦੁੱਖ ਜਾਂ ਸਮਗ ਤਾਪ, ਭਲੀ ਪ੍ਰਕਾਰ ਪੈਦਾ ਹੋਣ ਵਾਲੇ ਤਾਪ ਆਦਿਕ ਸਭ ਚੁੱਕੇ ਗਏ ਹਨ। ਜੋਤੀ ਅੰਦਰ ਜੋਤ ਸਮਾਣੀ। ਉਹਨਾਂ ਦੀ ਪ੍ਰਤੱਖ ਜੋਤ ਅਦਵੈਤ ਆਨੰਦ ਸਰੂਪ ਜੋਤੀ ਪਰਮਾਤਮਾ ਦੀ ਅੰਦਰ ਸਮਾ ਗਈ ਹੈ। ਆਪ ਪਛਾਤਾ ਆਪੈ। ਉਹਨਾਂ ਨੇ ਆਪਣੇ ਆਤਮਾ ਦੇ ਅੰਦਰ ਤਤਵੰਗਵਾਦੀ ਲੱਖ ਅਰਥ ਨੂੰ ਆਪਣਾ ਸਰੂਪ ਕਰਕੇ ਪਹਿਚਾਨਣਾ ਕੀਤਾ ਹੈ। ਪਈੜੈ ਕਰ ਸ਼ਬਦ ਪਤੀਣੀ। ਜੋ ਜੀਵ ਰੂਪ ਇਸਤਰੀ ਸੰਸਾਰ ਰੂਪੀ ਕੇ ਘਰ ਵਿੱਚ ਗੁਰਾਂ ਦੇ ਉਪਦੇਸ਼ ਵਿੱਚ ਪਤੀਜ ਗਈ ਹੈ। ਸਾਹੁਰੜੈ ਫਿਰ ਪਾਣੀ। ਉਹ ਪਰਲੋਕ ਰੂਪ ਸਹੁਰੇ ਘਰ ਵਿੱਚ ਪਤੀ ਪਰਮਾਤਮਾ ਨੂੰ ਭਾ ਜਾਂਦੀ ਹੈ। ਇਸੇ ਪ੍ਰਕਾਰ ਪਈੜੈ ਕਰ ਸ਼ਬਦ ਪਤੀਨੀ। ਜਦੋਂ ਸੰਸਾਰਾ ਕਰ ਬਿਰਤੀ ਗੁਰੂ ਦੇ ਸ਼ਬਦ ਵਿੱਚ ਪਤੀਜ ਗਈ, ਤਦੋਂ ਸਹੁਰੇ ਘਰ ਭਾਵਾਤਮਾਕਾਰ ਬ੍ਰਹਮਾਕਾਰ ਹੋ ਕੇ ਪਤੀ ਅਕਾਲ ਪੁਰਖ ਨੂੰ ਭਾ ਜਾਂਦੀ ਹੈ। ਸਾਹੁਰੜੈ ਫਿਰ ਪਾਣੀ। ਸੋ ਸਹੁਰੇ ਘਰ ਭਾਵ ਆਤਮਾਕਾਰ ਬ੍ਰਹਮਾਕਾਰ ਹੋ ਕੇ ਪਤੀ ਅਕਾਲ ਪੁਰਖ ਨੂੰ ਉਹ ਬਿਰਤੀ ਭਾ ਜਾਂਦੀ ਹੈ। ਨਾਨਕ ਸਤਿਗੁਰ ਮੇਲ ਮਿਲਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਜੀਵ ਰੂਪ ਇਸਤਰੀ ਪਰਮਾਤਮਾ ਨੇ ਸਤਿਗੁਰਾਂ ਦੇ ਮੇਲ ਵਿੱਚ ਮਿਲਾਉਣਾ ਕੀਤੀ ਹੈ। ਇਸੇ ਪ੍ਰਕਾਰ ਨਾਨਕ ਸਤਿਗੁਰ ਮੇਲ ਮਿਲਾਈ। ਸਤਿਗੁਰਾਂ ਨੇ ਆਪਣੇ ਸ਼ਬਦ ਵਿੱਚ ਮੇਲ ਕੇ ਪ੍ਰਭੂ ਨਾਲ ਮਿਲਣਾ ਕੀਤਾ ਹੈ। ਚੁੱਕੀ ਕਾਣ ਲੋਕਾਣੀ। ਅਤੇ ਲੋਕਾਂ ਦੀ ਕਾਣ ਕਨਾਉਣ ਮੁਤਾਜਗੀ ਵੀ ਸਾਰੀ ਚੁੱਕੀ ਗਈ ਹੈ। ਤੁਖਾਰੀ ਮਹੱਲਾ ਪਹਿਲਾ। ਤੁਖਾਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਭਿਮਾਨੀ ਇਸਤਰੀ ਦੇ ਅਲੰਕਾਰ ਦੁਆਰਾ ਜਗਿਆਸੂ ਦਾ ਕਥਨ ਕਰਦੇ ਹੋਏ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਭੁਲਾ ਬੜਾ ਭੁੱਲੀ। ਜੀਵ ਰੂਪ ਇਸਤਰੀ ਭੁਲੇਖਾ ਪਾਉਣ ਵਾਲੇ ਅਗਿਆਨ ਦੀ ਅਸਤਵਾ ਪਾਦ ਸ਼ਕਤੀ ਕਾਰਨ ਆਪਣੇ ਸਰੂਪ ਜਾਂ ਪਰਮੇਸ਼ਰ ਤੋਂ ਭੁੱਲੀ ਹੋਈ ਹੈ ਕਿ ਪਰਮੇਸ਼ਰ ਹੈ ਹੀ ਨਹੀਂ। ਭੁੱਲ ਭੁੱਲ ਪਛਤਾਣੀ। ਅਤੇ ਇਸੇ ਭੁੱਲ ਦੀ ਭੁਲਾਈ ਹੋਈ ਪਛਤਾਤਾਪ ਕਰਦੀ ਰਹਿੰਦੀ ਹੈ। ਇਸੇ ਪ੍ਰਕਾਰ ਭੋਲਾ ਬੜਾ ਭੁੱਲੀ। ਇਹ ਜੀਵ ਰੂਪ ਇਸਤਰੀ ਐਸੇ ਭੁਲੇਖੇ ਵਿੱਚ ਫਸੀ ਹੋਈ ਹੈ ਕਿ ਬਾਲਕ ਅਵਸਥਾ ਵਿੱਚ ਵੀ ਭੁੱਲੀ ਰਹੀ, ਜਵਾਨੀ ਵਿੱਚ ਵੀ ਭੁੱਲੀ ਰਹੀ ਅਤੇ ਢਲਦੀ ਜਵਾਨੀ ਵਿੱਚ ਵੀ ਭੁੱਲੀ ਰਹੀ। ਭੁੱਲ ਭੁੱਲ ਪਛਤਾਣੀ। ਫਿਰ ਬਿਰਧ ਅਵਸਥਾ ਦੇ ਵਿੱਚ ਇਹ ਭੁੱਲ ਭੁੱਲ ਕੇ ਪਛਤਾਤਾਪ ਕਰਦੀ ਹੈ। ਇਸੇ ਪ੍ਰਕਾਰ ਭੁਲਾ ਬੜਾ ਭੁੱਲੀ। ਭੁੱਲ ਭੁੱਲ ਪਛਤਾਣੀ। ਭੁਲਾਉਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੇ ਜੀਵ ਰੂਪ ਇਸਤਰੀ ਦੀ ਬਿਰਤੀ ਰਸਾਂ ਗਸਾਂ ਵਿੱਚ ਲਾ ਕੇ ਪਰਮਾਰਥ ਵੱਲੋਂ ਭੁਲਾ ਦਿੱਤੀ ਹੈ। ਇਸ ਭੁੱਲ ਵਿੱਚ ਭੁੱਲੀ ਹੋਈ ਅੰਤ ਨੂੰ ਪਛਤਾਤਾਪ ਕਰਦੀ ਹੈ। ਪੈਰ ਛੋਟਿਆੜੀ ਸੁੱਤੀ। ਪਤੀ ਪਰਮਾਤਮਾ ਨੇ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੋਈ ਜਾਣ ਕੇ ਛੱਡ ਦਿੱਤੀ ਹੈ। ਫਿਰ ਕੀ ਸਾਰ ਨਾ ਜਾਣੀ। ਇਹ ਮਨਮੁਖ
ਜੀਵ ਰੂਪ ਇਸਤਰੀ ਐਸੀ ਗਾਫਲ ਹੋਈ ਹੈ ਕਿ ਇਸ ਨੇ ਸਤਿਗੁਰਾਂ ਦੁਆਰਾ ਪਤੀ ਪਰਮਾਤਮਾ ਦੀ ਪ੍ਰਾਪਤੀ ਦੀ ਖਬਰ ਵੀ ਨਹੀਂ ਜਾਣੀ। ਪੈਰ ਛੋਟੀ ਸੁੱਤੀ ਅਵਗਣ ਮੁੱਤੀ। ਪਤੀ ਪਰਮਾਤਮਾ ਨੇ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੋਈ ਜਾਣ ਕੇ ਛੱਡ ਦਿੱਤੀ ਹੈ, ਗੁਨਾਹਾਂ ਦੇ ਕਾਰਨ ਤਿਆਗ ਦਿੱਤੀ ਹੈ, ਜਾਂ ਇਸੇ ਪ੍ਰਕਾਰ ਪੈਰ ਛੋਟੀ ਸੁੱਤੀ ਅਵਗਣ ਮੁੱਤੀ। ਪਰਮਾਤਮਾ ਨੂੰ ਪਤੀ ਨੂੰ ਛੱਡ ਕੇ ਅਵਿਦਿਆ ਦੀ ਨੀਂਦ ਵਿੱਚ ਸੁੱਤੀ ਹੋਈ ਸੀ, ਇਸ ਅਵਗਣ ਕਰਕੇ ਪਰਮਾਤਮਾ ਨੇ ਤਿਆਗ ਦਿੱਤੀ ਹੈ। ਤੈਸ ਧਨ ਵਿਧਨ ਰਾਤੇ। ਇਸ ਮਨਮੁਖ ਜੀਵ ਰੂਪ ਇਸਤਰੀ ਦੀ ਅਵਸਥਾ ਰੂਪ ਰਾਤ ਦੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ। ਕਾਮ ਕ੍ਰੋਧ ਅਹੰਕਾਰ ਵਿਗੁੱਤੀ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸੇ ਅਤੇ ਹੰਕਾਰ ਅਭਿਮਾਨ ਕਰਕੇ ਵਿਗੁਤੀ ਖਰਾਬ ਹੋ ਰਹੀ ਹੈ। ਮੈਂ ਲੱਗੀ ਤਾਤੇ। ਉਸ ਦੇ ਅੰਦਰ ਪਦਾਰਥਾਂ ਦੀ ਹੰਗਦਾ ਮਮਤਾ ਤੇ ਦੂਜਿਆਂ ਦੇ ਗੁਣ ਦੇਖ ਕੇ ਤਾਦ ਮਤਲਬ ਈਰਖਾ ਲੱਗੀ ਹੋਈ ਹੈ, ਜਾਂ ਦੇਹ ਦੀ ਹਉਮੈ ਲੱਗੀ ਹੈ ਅਤੇ ਪਦਾਰਥਾਂ ਦੀ ਖਵਾਹਿਸ਼ ਲੱਗੀ ਹੋਈ ਹੈ। ਉੱਡਰ ਹੰਸ ਚੱਲਿਆ ਫਰਮਾਇਆ। ਜਦੋਂ ਪਰਮਾਤਮਾ ਦਾ ਫਰਮਾਨ ਹੁਕਮ ਆ ਗਿਆ, ਤਦੋਂ ਜੀਵ ਦੇਹ ਤੋਂ ਉਡਾਰੀ ਲਗਾ ਕੇ ਪਰਲੋਕ ਤੁਰ ਪੈਂਦਾ ਹੈ। ਭਸਮ ਭਸਮ ਸਮਾਣੀ। ਤਦੋਂ ਇਹ ਪੰਜਾਂ ਤੱਤਾਂ ਦੀ ਬਣੀ ਹੋਈ ਸਵਾਹ ਰੂਪ ਦੇਹੀ ਸਵਾਹ ਦੇ ਵਿੱਚ ਹੀ ਸਮਾ ਜਾਂਦੀ ਹੈ, ਜਾਂ ਇਸੇ ਪ੍ਰਕਾਰ ਭਸਮ ਭਸਮ ਸਮਾਣੀ। ਸਵਾਹ ਹੋਣ ਜਾਂ ਸਵਾਹ ਕਰਨ ਵਾਲੀ ਵਿਸ਼ਿਆਂ ਵਿੱਚ ਲੱਗ ਕੇ ਸਵਾਹ ਵਿੱਚ ਲੇਟਣ ਵਾਲੀਆਂ ਟੇਢੀਆਂ ਜੂਨਾਂ ਵਿੱਚ ਹੀ ਸਮਾ ਜਾਂਦੀ ਹੈ। ਨਾਨਕ ਸੱਚੇ ਨਾਮ ਵਹਿਉਣੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮਨਮੁਖ ਜੀਵ ਰੂਪ ਇਸਤਰੀ ਸੱਚੇ ਪਰਮਾਤਮਾ ਦੇ ਨਾਮ ਤੋਂ ਖਾਲੀ। ਭੁੱਲ ਭੁੱਲ ਪਛੋਤਾਣੀ। ਪਰਮਾਤਮਾ ਨੂੰ ਭੁੱਲ ਕੇ ਤੇ ਕਾਮ ਕ੍ਰੋਧ ਵਿਕਾਰਾਂ 'ਚ ਭੁੱਲ ਕੇ ਪਛਤਾਪ ਕਰਦੀ ਹੈ, ਜਾਂ ਗਿਆਨ ਦਾ ਰੂਪ ਭੁੱਲ ਦੀ ਭੁਲਾਈ ਹੋਈ ਪਛਤਾਪ ਹੀ ਕਰਦੀ ਰਹਿੰਦੀ ਹੈ। ਸੋਣ ਨਾ ਪਿਆਰੇ। ਦੇਹ ਅਤੇ ਜੀਵ ਆਤਮਾ ਦੇ ਸੰਵਾਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜੀਵ ਆਤਮਾ ਪਤੀ ਹੈ ਤੇ ਦੇਹ ਵਿਸ਼ੇਸ਼ਟ ਬੁੱਧ ਇਸਤਰੀ ਕਥਨ ਕਰਦੇ ਨੇ। ਇਹ ਜੀਵ ਆਤਮਾ ਰੂਪ ਪਿਆਰੇ ਪਤੀ ਸੁਣ ਕਰ। ਇੱਕ ਬੇਨੰਤੀ ਮੇਰੀ ਤੇਰੇ ਅੱਗੇ ਕਰਜ਼ੋਈ ਹੈ, ਮੇਰੀ ਇੱਕ ਬੇਨਤੀ ਨੂੰ ਸੁਣ ਦੇ ਕੰਨ ਸੁਣੋ ਅਰਦਾਸ ਜੀਓ। ਤੂੰ ਨਿਜ ਘਰ ਵਸਿਆੜਾ। ਹੇ ਜੀਵ ਆਤਮਾ ਪਤੀ ਤੂੰ ਦਾ ਆਪਣੇ ਪਰਲੋਕ ਰੂਪ ਘਰ ਦੇ ਵਿੱਚ ਵਸਦਾ ਹੈ। ਹਉ ਰੋਲ ਭਸਮ ਢੇਰੀ। ਤੇ ਮੈਂ ਇੱਥੇ ਸੰਸਾਰ 'ਚ ਸਵਾਦੀ ਢੇਰੀ ਹੋ ਕੇ ਰੁਲਦੀ ਪਈ ਹਾਂ। ਇਸੇ ਪ੍ਰਕਾਰ ਤੂੰ ਨਿਜ ਘਰ ਵਸਿਆੜਾ। ਤੂੰ ਆਪਣੇ ਨਿਜ ਸਰੂਪ ਰੂਪੀ ਘਰ ਵਿੱਚ ਵਸ ਰਿਹਾ ਹੈ। ਹਉ ਰੋਲ ਭਸਮ ਢੇਰੀ। ਤੇ ਮੈਂ ਭੁੱਲ ਕੇ ਭਸਮ ਦੀ ਢੇਰੀ ਹੋ ਰਹੀ ਹਾਂ, ਭਾਵ ਲਾਹਣਤਾਂ ਮਿਲਦੀਆਂ ਹਨ। ਬਿਨ ਆਪਣੇ ਨਾ ਹੈ ਕੋਈ ਨ ਚਾਹੈ। ਆਪ ਦੇ ਪਤੀ ਤੋਂ ਬਿਨਾ ਕੋਈ ਵੀ ਚਾਹਣਾ ਨਹੀਂ ਕਰਦਾ। ਜਿਹੜੀ ਬੀਬੀ ਪਤੀ ਦੀ ਆਗਿਆ ਨਹੀਂ ਮੰਨਦੀ, ਪੇਕਾ ਕਰ ਵੀ ਕਿੰਨਾ ਕੁ ਚਿਰ ਰਹਿਣਾ, ਮਾਂ ਨੇ ਸਾਰੀ ਉਮਰ ਥੋੜ੍ਹੋ ਬੈਠੇ ਰਹਿਣਾ, ਪਿਓ ਨੇ ਵੀ ਫਤਿਹ ਬੁਲਾਈ ਜਾਣੀ ਹੈ, ਤੇ ਭਰਾ ਭਰਜਾਈਆਂ ਵੀ ਤਾਂ ਹੀ ਚੰਗੇ ਸਮਝਦੇ ਨੇ ਜੇ ਬੀਬੀ ਦਾ ਸਹੁਰੇ ਘਰ ਦੇ ਵਿੱਚ ਨਿਵਾਸ ਹੈ। ਤੋ ਇਸ ਲਈ ਆਪਦੇ ਪਤੀ ਤੋਂ ਬਗੈਰ ਕਿੱਥੇ ਜਾਊਗੀ, ਧੱਕੇ ਖਾਊਗੀ।
ਕਹਿਣ ਦਾ ਭਾਵ ਇਹ ਹੈ, ਬਿਨ ਆਪਣੇ ਨਾਹੈ ਕੋਈ ਨ ਚਾਹੈ। ਹੇ ਜੀਵਾਤਮਾ ਪਤੀ, ਤੈਥੋਂ ਬਿਨਾ ਮੈਨੂੰ ਕਿਸੇ ਨੇ ਵੀ ਨਹੀਂ ਚਾਹਣਾ ਹੈ। ਭਾਵ ਮੁਰਦਾ ਜਾਣ ਕੇ ਮੈਨੂੰ ਸਾੜ ਦੇਣਗੇ ਜਾਂ ਦੱਬ ਦੇਣਗੇ। ਕਿਆ ਕਹੀਐ ਕਿਆ ਚੀਜੈ, ਫਿਰ ਕਿਸ ਕੋਲ ਜਾ ਕੇ ਆਪਣੇ ਦੁੱਖ ਨੂੰ ਕਹਿਣਾ ਕਰੀਏ ਤੇ ਕਿਹੜਾ ਕਰਮ ਕਰੀਏ ਜਿਸ ਕਰਕੇ ਤੇਰੇ ਨਾਲੋਂ ਵਿਛੋੜਾ ਨਾ ਹੋਵੇ। ਰੋਜ਼ ਰੋਜ਼ ਦਾ ਰੋਣਾ ਨਹੀਂ ਕੋਈ ਸੁਣਦਾ ਮਹਾਰਾਜ ਤੋਂ, ਆਪਣੇ ਪਤੀ ਤੋਂ ਬਗੈਰ। ਇਸ ਵਾਸਤੇ ਗੁਰੂ ਜੀ ਸਾਖੀ ਰੂਪ ਹੋ ਕੇ ਹੁਣ ਕਥਨ ਕਰਦੇ ਨੇ ਕਿ ਜੇ ਤੂੰ ਸੁਖੀ ਰਹਿਣਾ ਚਾਹੁੰਦੀ ਹੈ, ਅੰਮ੍ਰਿਤ ਨਾਮ ਰਸਨ ਰਸ ਰਸਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਕਾਲ ਪੁਰਖ ਨੂੰ ਜਾਂ ਗੁਰੂ ਨੂੰ ਆਪਣਾ ਪਤੀ ਨਿਸ਼ਚੈ ਕਰੋ। ਜੋ ਸੰਸਾਰੀ ਪਤੀ ਨੇ ਉਹ ਵੀ ਨਿਤ ਤੁਰੇ ਜਾ ਰਹੇ ਨੇ, ਪਰ ਜੋ ਅਕਾਲ ਪੁਰਖ ਪਤੀ ਹੈ, ਅਕਾਲ ਪੁਰਖ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ, ਉਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ ਪਰਮਾਤਮਾ। ਉਸ ਦੇ ਨਾਮ ਰਸ ਵਿੱਚ ਆਪਣੀ ਰਸਨਾ ਨੂੰ, ਜ਼ਬਾਨ ਨੂੰ ਰਸਾਉਣਾ ਕਰੋ। ਉਹਦੇ ਨਾਮ ਦੀ ਮਾਲਾ ਫੇਰਨਾ ਕਰੋ। ਜਿਸ ਨੂੰ ਗੁਟਕੇ ਦਾ ਆਸਰਾ ਹੈ, ਮਾਲਾ ਦਾ ਆਸਰਾ, ਉਹ ਕਦੀ ਬੰਦਾ ਰੋਂਦਾ ਨਹੀਂ ਹੈ, ਕਦੀ ਉਦਾਸ ਨਹੀਂ ਹੁੰਦਾ, ਕਦੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ। ਸ਼ਹੀਦਾਂ ਸਿੰਘਾਂ ਦਾ ਉਹਦੇ ਤੇ ਪਹਿਰਾ ਲੱਗ ਜਾਂਦਾ ਤੋ ਪਵਿੱਤਰ ਆਤਮਾਵਾਂ ਉਹਦੀ ਸਹਾਇਤਾ ਕਰਦੀਆਂ ਨੇ। ਗੁਰ ਸ਼ਬਦੀ ਰਸ ਪੀਜੈ, ਪਰ ਗੁਰਾਂ ਦੇ ਉਪਦੇਸ਼ ਨੂੰ ਮੰਨਣਾ ਪਊਗਾ। ਉਪਦੇਸ਼ ਦੇ ਦੁਆਰਾ ਵਾਹਿਗੁਰੂ ਨਾਮ ਰਸ ਨੂੰ ਪੀਣਾ ਕਰੋ ਭਾਈ ਗੁਰਮੁਖੋ। ਜਿਵੇਂ ਚਾਹ ਆਪਾਂ ਬਾਰ-ਬਾਰ ਬਣਾ ਕੇ ਪੀਂਦੇ ਆ ਤੇ ਹੈ ਨਕਮੀ ਜਿਹੀ, ਗੁਣ ਕੋਈ ਨਹੀਂ ਹੈ, ਉਹ ਵੀ ਇੱਕ ਰਸ ਲੋਕਾਂ ਨੇ ਮੰਨਿਆ ਹੈ। ਮੂੰਹ ਮਾਰਨ ਵਾਲੇ ਉਲਟਾ ਸਿੱਧਾ ਖਾ ਕੇ ਮੂੰਹ ਮਾਰੀ ਜਾਣਗੇ। ਆਪਦਾ ਵੀ ਮੂੰਹ ਗੰਦਾ, ਧਰਤੀ ਵੀ ਗੰਦੀ, ਉਹਨਾਂ ਦਾ ਆਪਦਾ ਵੱਖਰਾ ਹੀ ਰਸ ਹੈ। ਤੋ ਜਿਹੜੇ ਗੁਰਮੁਖ ਨੇ, ਗੁਰਦੁਆਰੇ ਦੇ ਬੰਦੇ ਮਹਾਰਾਜ ਉਹਨਾਂ ਨੂੰ ਆਪਣੀ ਵੱਲੋਂ ਸਲਾਹ ਦੇ ਰਹੇ ਨੇ ਵੀ ਤੁਸੀਂ ਵੀ, ਤੁਹਾਡਾ ਦਿਲ ਲੱਗਿਆ ਰਹੂਗਾ, ਤੁਸੀਂ ਮੂੰਹ ਮਾਰਿਆ ਕਰੋ। ਜਿਹੜਾ ਵਾਹਿਗੁਰੂ ਨਾਮ ਦਾ ਰਸ ਹੈ, ਜਿਵੇਂ ਜੋਗੀ ਦਸਮ ਦੁਆਰ ਦੇ ਵਿੱਚੋਂ ਬ੍ਰਹਮਾਨੰਦ ਜੋਗਾਨੰਦ ਰੂਪ ਰਸ ਨੂੰ ਚੱਖਦਾ ਹੈ, ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਰਸ ਜਿਹੜਾ ਹੈ, ਜੋ ਸ੍ਰੇਸ਼ਟ ਅੰਮ੍ਰਿਤ ਰੂਪ ਹੈ, ਉਹਨੂੰ ਪ੍ਰੇਮ ਪੂਰਵਕ ਪ੍ਰੀਤੀ ਰੂਪ ਰਸਨਾ ਦੇ ਨਾਲ ਪੀਣਾ ਕਰੋ ਤੇ ਕੰਟੀਨਿਊਟੀ ਬਣਾਓ, ਤਾਂ ਹੀ ਰਸ ਆਵੇਗਾ। ਜੇ ਕਦੀ ਕਰ ਲਿਆ, ਕਦੀ ਛੱਡ ਦਿੱਤਾ, ਮੱਖਣ ਦਾ ਤਾਂ ਹੀ ਨਿਕਲਦਾ ਹੈ ਜੇ ਰਿੜਕਦੇ ਰਹੋ। ਜੇ ਰਿੜਕਣਾ ਪਾ ਕੇ ਸਾਰੀ ਦਿਹਾੜੀ ਕਦੀ ਇੱਧਰ ਚਲੇ ਗਏ, ਕਦੀ ਉੱਧਰ ਚਲੇ ਗਏ, ਉਹ ਮੱਖਣ ਦਾ ਕੀ ਆਉਣਾ, ਉਹ ਦਹੀਂ ਵੀ ਗਵਾਚ ਜਾਂਦਾ, ਤਿਰਵਰਾ ਜਿਹਾ ਹੋ ਜਾਂਦਾ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਤੋ ਇਸ ਵਾਸਤੇ ਜੇ ਤੁਸੀਂ ਜੰਮਣ ਤੇ ਮਰਨ ਤੋਂ ਰਹਿਤ ਹੋਣਾ ਚਾਹੁੰਦੇ ਹੋ ਤੇ ਨਾਮ ਦਾ ਰਸ ਪੀਣਾ ਕਰੋ। ਜੇ ਜ਼ਿੰਦਗੀ ਦਾ ਲੁਤਫ ਲੈਣਾ ਚਾਹੁੰਦੇ ਹੋ ਤਾਂ ਅਸਲੀ ਆਨੰਦ ਨਾਮ ਦੇ ਰਸ ਵਿੱਚ ਹੈ। ਬਾਕੀ ਸਭ ਰਸ ਇਸ ਤੋਂ ਨੀਚੇ ਨੇ। ਵਿਸ਼ੇ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ, ਭਈ ਬਾਸ਼ਨਾ ਨਾਸ਼। ਬਿਨ ਨਾਵੈ ਕੋ ਸੰਗ ਨ ਸਾਥੀ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਸ ਲੋਕ ਦੇ ਵਿੱਚ ਸੰਗੀ ਅਤੇ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਮਿੱਤਰ ਹੋਰ ਕੋਈ ਨਹੀਂ ਹੈ। ਸਭ ਪੈਸੇ ਦੇ ਭਾਈਵਾਲ ਨੇ, ਜੋ ਵੀ ਧੀਆਂ ਪੁੱਤਰ ਭੈਣ ਭਰਾ ਮਿੱਤਰ ਦੋਸਤ ਜਿੰਨਾ ਚਿਰ ਤੁਹਾਡੀ ਬੋਝੀ ਵਿੱਚ ਚਾਹ ਦਾ ਪਿਆਲਾ ਪਿਲਾਉਣ ਜੋਗੇ ਤੇ ਪਾਰਟੀ ਕਰਨ ਜੋਗੇ ਪੈਸੇ ਨੇ, ਉਹਨਾਂ ਚਿਰ ਤਾਂ ਤੁਹਾਡੀ ਮੈਜੋਰਟੀ ਮਿੱਤਰਤਾ ਬਣੀ ਰਹੂਗੀ। ਤੇ ਜਦੋਂ ਮੰਨ ਲਓ ਅੰਮ੍ਰਿਤ ਹੀ ਛਕ ਲਿਆ, ਅਖੇ ਲੈ ਖਵਾਉਣ ਤੋਂ ਡਰ ਗਿਆ, ਇਸ ਤਰ੍ਹਾਂ ਮਿੱਤਰ ਟੁੱਟ ਜਾਂਦੇ ਨੇ। ਅਸਲੀ ਸਹਾਇਤਾ ਕਰਨ ਵਾਲਾ ਮਿੱਤਰ ਵਾਹਿਗੁਰੂ ਦਾ ਨਾਮ ਹੈ। ਆਵੈ ਜਾਏ ਕਨੇਰੀ, ਨਾਮ ਤੋਂ ਬਿਨਾ ਬਹੁਤ ਬੇਅੰਤ ਸ੍ਰਿਸ਼ਟੀ
ਜੰਮ ਕੇ ਆਉਂਦੀ ਤੇ ਮਰ ਕੇ ਜਾ ਰਹੀ ਹੈ। ਭਾਵ ਜੰਮਣ ਮਰਨ ਵਿੱਚ ਆ ਰਹੀ ਹੈ। ਨਾਨਕ ਲਾਹ ਲੈ ਕਰ ਜਾਈਐ, ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਈ ਜੀਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਜੀਵ, ਇਸ ਕਰਕੇ ਸਤਿਗੁਰਾਂ ਦੁਆਰਾ ਨਾਮ ਦਾ ਲਾਭ ਲੈ ਕੇ ਪਰਲੋਕ ਰੂਪ ਘਰ ਵਿੱਚ ਜਾਣਾ ਕਰੀਏ। ਸਾਚੀ ਸੱਚ ਮਤ ਤੇਰੀ, ਇੰਜ ਨਿਸ਼ਚੈ ਕਰਕੇ ਤੇਰੀ ਬੁੱਧ ਸੱਚੀ ਸਫਲੀ ਹੋ ਜਾਵੇਗੀ। ਜਾਂ ਤੇਰੀ ਕਲਿਆਣ ਵਾਸਤੇ ਸੱਚ ਸਰੂਪ ਦੀ ਪ੍ਰਾਪਤੀ ਦੀ ਸੱਚੀ ਸਿੱਖਿਆ ਕਥਨ ਕੀਤੀ ਹੈ। ਸਾਜਨ ਦੇ ਸਭ ਦੇਸੀਆੜੇ, ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਸੱਜਣ ਪ੍ਰਭੂ ਜੀ ਅੰਤःਕਰਨ ਉਪਦੇਸ਼ ਤੋਂ ਪਰਦੇਸੀ ਹੋ ਰਹੇ ਹਨ। ਭਾਵ ਆ ਸਾਖਿਆਤਤਾ ਕਾਰ ਹੈ। ਸਾਹਨੜੇ ਦਿੰਦੀ, ਸਾ ਨਿਹੜੇ ਦਿੰਦੀ, ਮੈਂ ਉਸ ਦੇ ਪ੍ਰਾਪਤੀ ਦੇ ਸੁਨੇਹੇ ਪੁੱਛਦੀ ਹਾਂ। ਸੁਨੇਹੇ ਦਿੰਦੀ ਭਾਵ ਸੰਤਾਂ ਮਹਾਤਮਾ ਪਾਸ ਬੇਨਤੀ ਕਰਦੀ ਹਾਂ ਕਿ ਮੈਨੂੰ ਪਰਮਾਤਮਾ ਰੂਪ ਪਤੀ ਨਾਲ ਮਿਲਾਉਣਾ ਕਰੋ। ਸਾਰ ਸੰਭਾਲੇ ਤਿਨ ਸੱਜਣਾ, ਤਿੰਨਾਂ ਮਹਾਤਮਾ ਰੂਪ ਸੱਜਣਾ ਦੀ ਸਾਰ ਨੂੰ ਸੰਭਾਲ ਕਰਕੇ ਕਿ ਸਰੂਪ ਦਾ ਆਨੰਦ ਲੈ ਰਹੇ ਹਨ। ਮੁੰਧ ਨੈਣ ਪਰੇਂਦੀ, ਮੈਂ ਅਗਿਆਤ ਜੋਬਨ ਬਾਲੀ ਇਸਤਰੀ ਆਪਣੇ ਪ੍ਰਤੱਖ ਨੇਤਰਾਂ ਦੇ ਵਿੱਚ ਜਲ ਭਰਦੀ ਹਾਂ। ਇਸੇ ਪ੍ਰਕਾਰ ਮੁੰਦ ਨੈਣ ਪਰੇਂਦੀ, ਮਨਬੁੱਧ ਰੂਪ ਨੇਤਰਾਂ 'ਚ ਪ੍ਰੇਮ ਦੇ ਵਿਰਾਗ ਰੂਪ ਜਲ ਭਰਦੀ ਹਾਂ ਕਿ ਮੈਨੂੰ ਪਰਮਾਤਮਾ ਪਤੀ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ। ਮੁੰਦ ਨੈਣ ਪਰੇਂਦੀ ਗੁਣ ਸਾਰੇ ਦੀ, ਮੈਂ ਅਗਿਆਤ ਜੋਬਨ ਵਾਲੀ ਇਸਤਰੀ ਆਪਣੇ ਪ੍ਰਤੱਖ ਨੇਤਰਾਂ ਵਿੱਚ ਜਲ ਭਰਦੀ ਹਾਂ ਤੇ ਮਨਬੁੱਧ ਰੂਪ ਨੇਤਰਾਂ 'ਚ ਪ੍ਰੇਮ ਰਾਗ ਰੂਪ ਪਾਣੀ ਭਰਦੀ ਹਾਂ ਤੇ ਪਤੀ ਪਰਮਾਤਮਾ ਦੇ ਗੁਣਾਂ ਨੂੰ ਸੰਭਾਲਦੀ ਚੇਤੇ ਕਰਦੀ ਹਾਂਗੇ। ਕਿਉਂ ਪ੍ਰਭ ਮਿਲਾ ਪਿਆਰੇ, ਕਿਵੇਂ ਕਰਕੇ ਪਿਆਰੇ ਪਰਮਾਤਮਾ ਪਿਰੀ ਨੂੰ ਮੈਂ ਮਿਲਣਾ ਕਰਾਂ। ਮਾਰਗ ਪੰਥ ਨ ਜਾਣੋ ਵਿਖੜਾ, ਰਸਤਿਆਂ ਵਿੱਚ ਪਰਮਾਤਮਾ ਦੀ ਪ੍ਰਾਪਤੀ ਦਾ ਭਗਤੀ ਸਹਿਤ ਗਿਆਨ ਰੂਪ ਰਸਤਾ ਬਹੁਤ ਕਠਿਨ ਹੈ। ਭਾਵ ਇਸ ਰਸਤੇ ਵਿੱਚ ਪੰਜਾਂ ਕੋਸ਼ਾਂ ਰੂਪ ਪਹਾੜਾਂ ਤੋਂ ਲੰਘ ਕੇ ਆਸਾ ਰੂਪ ਨਦੀ ਨੂੰ ਤੈਰ ਕੇ ਸੰਸਾਰ ਰੂਪ ਸਮੁੰਦਰ ਤੋਂ ਪਾਰ ਮੁਕਤ ਰੂਪ ਕਿਨਾਰੇ ਤੇ ਪਹੁੰਚਣਾ ਹੈ। ਕਿਉਂ ਪਾਈਐ ਫਿਰ ਪਾਰੇ, ਫਿਰ ਪਤੀ ਦੇ ਪਾਰਾਵਾਰ ਨੂੰ ਕਿਵੇਂ ਪਾਉਣਾ ਕਰਾਂ। ਸਤਿਗੁਰ ਸ਼ਬਦੀ ਮਿਲੈ ਵਿਸ਼ੁੰਨੀ, ਅਗੋਂ ਮਹਾਤਮਾ ਕਹਿੰਦੇ ਨੇ ਕਿ ਜੇਕਰ ਤਨ ਮਨ ਆਗੈ ਰੱਖੈ, ਆਪਣੇ ਤਨ ਸਰੀਰ ਦਾ ਬਲ ਅਤੇ ਮਨ ਦਾ ਮਾਣ ਗੁਰਾਂ ਦੀ ਅੱਗੇ ਰੱਖ ਕੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰੇ ਤਾਂ ਹੀ ਵਿਛੜੀ ਹੋਈ ਪਤੀ ਪਰਮਾਤਮਾ ਨੂੰ ਮਿਲ ਸਕਦੀ ਹੈ। ਇਸੇ ਪ੍ਰਕਾਰ ਸਤਿਗੁਰ ਸ਼ਬਦੀ ਮਿਲੈ ਵਿਸ਼ੁੰਨੀ, ਗੁਰਾਂ ਦੇ ਉਪਦੇਸ਼ ਦੁਆਰਾ ਵਿਛੜੀ ਹੋਈ ਜਗਿਆਸੂ ਇਸਤਰੀ ਪਤੀ ਪਰਮਾਤਮਾ ਦੇ ਨਾਲ ਮਿਲਦੀ ਹੈ। ਤਨ ਮਨ ਆਗੈ ਰੱਖੈ, ਪਰ ਗੁਰਾਂ ਦਾ ਸਬੱਬ ਮਿਲਾਪ ਤਨ ਮਨ ਗੁਰੂ ਦੀ ਅੱਗੇ ਰੱਖ ਦੇਣ ਕਰਕੇ ਪ੍ਰਾਪਤ ਹੁੰਦਾ ਜਾਂ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਹੁੰਦਾ ਹੈ। ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰੂ ਮਹਾਤਮਾ ਨਾਮ ਅੰਮ੍ਰਿਤ ਦਾ ਰੁੱਖ ਹੈ ਜੋ ਗਿਆਨ ਦੇ ਫਲ ਨਾਲ ਫਲਿਆ ਹੋਇਆ ਹੈ। ਮਿਲ ਪ੍ਰੀਤਮ ਰਸ ਚਾਖੈ, ਅਤੇ ਜਿਸ ਵਿੱਚ ਬ੍ਰਹਮਾਨੰਦ ਰੂਪ ਮਹਾ ਵੱਡਾ ਰਸ ਹੈ। ਐਸੇ ਪਿਆਰੇ ਗੁਰੂ ਨਾਲ ਮਿਲ ਕੇ ਬ੍ਰਹਮਾਨੰਦ ਰੂਪ ਰਸ ਨੂੰ ਚੱਖਣਾ ਚਾਹੀਦਾ ਹੈ। ਮਹਲ ਬੁਲਾਇੜੀਏ, ਇਹ ਜਗਿਆਸੂ ਰੂਪ ਸਖੀਏ, ਜੇਕਰ ਹਰੀ
ਤੈਨੂੰ ਤੁਰਿਆ ਪਦ ਰੂਪ ਜਾਂ ਸਰੂਪ ਰੂਪੀ ਮਹਲ ਵਿੱਚ ਬੁਲਾਉਣਾ ਕਰੇ। ਬਿਲਮ ਨ ਕੀਜੈ ਤਾਂ ਤੂੰ ਦੇਰੀ ਨਾ ਕਰੀ। ਭਾਵ ਇੰਦਰੀਆਂ ਦੇ ਵਿਸ਼ਿਆਂ ਜਾਂ ਬੁੱਧੀ ਦੀ ਪਦਾਰਥਾਂ ਨੂੰ ਨਿਸ਼ਚੈ ਕਰਨ ਰੂਪ ਚੰਚਲਤਾ ਦੇ ਵਿੱਚ ਨਾ ਫਸੀ। ਸੁਖ ਸਹਿਜ ਮਲੀਜੈ ਰੋਸ ਨ ਕੀਜੈ ਅਨੰਦਨ ਰਤੜੀਏ। ਜਗਿਆਸੂ ਰੂਪ ਸਖੀਏ, ਜੇਕਰ ਤੂੰ ਰਾਤ ਦਿਨ ਪਰਮਾਤਮਾ ਪਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਰਹੇਂਗੀ ਸਹਿਜ ਮੈਲੀਜੈ ਤਾਂ ਸੁਭਾਵਕ ਹੀ ਉਸ ਨਾਲ ਮਿਲ ਜਾਵੇਂਗੀ। ਸੁਖ ਸਹਿਜ ਮਲੀਜੈ ਰੂਸ ਨ ਕੀਜੈ। ਹੇ ਸਖੀ, ਸੁਭਾਵਕ ਹੀ ਸੁਖ ਸਰੂਪ ਦੇ ਵਿੱਚ ਮਿਲਣਾ ਕਰ ਅਤੇ ਕੋਈ ਵੀ ਗੁੱਸਾ ਨਾ ਕਰਿਆ ਕਰ। ਰੋਸ ਨਾ ਕੀਜੈ, ਅੰਮ੍ਰਿਤ ਪੀਜੈ। ਇਸ ਲਈ ਆਪਣਾ ਆਪ ਵਿਚਾਰਨਾ ਚਾਹੀਦਾ ਹੈ। ਤੋ ਕਹਿੰਦੇ ਰੋਸ ਕਿਸੇ ਸੋਂ ਕੀਜੈ, ਜਦ ਅਸੀਂ ਹੈ ਹੀ ਮਾੜੇ। ਜੇ ਕਿਸੇ ਨੇ ਕਹਿਤਾ ਫਿਰ ਇਹਦਾ ਗੁੱਸਾ ਕਾਹਦਾ ਹੈ। ਗਰਭ ਨਿਵਾਰ ਸਮਾਣੀ ਕਿਉਂਕਿ ਗੁੱਸਾ ਕਰਨਾ ਇੱਕ ਹੰਕਾਰ ਦੀ ਨਿਸ਼ਾਨੀ ਹੈ। ਮਤਲਬ ਜੇ ਮੈਂ ਆਪਣੇ ਆਪ ਨੂੰ ਚੰਗਾ ਸਮਝਿਆ ਤਾਂ ਹੀ ਮੈਂ ਗੁੱਸਾ ਕਰੂੰਗਾ। ਜੇ ਮੈਨੂੰ ਪਤਾ ਵੀ ਮੈਂ ਹੈ ਹੀ ਉਸ ਤਰ੍ਹਾਂ ਦਾ, ਫਿਰ ਗੁੱਸਾ ਕਾਹਦਾ। ਜਿਨ੍ਹੇ ਹੰਕਾਰ ਨਿਵਰਤ ਕੀਤਾ ਹੈ, ਇਹ ਗੱਲ ਵੈਸੇ ਬੜੀ ਔਖੀ ਕਰਨੀ ਸੌਖੀ ਹੈ। ਜਿਨ੍ਹੇ ਹੰਕਾਰ ਨਿਵਰਤ ਕੀਤਾ ਉਹ ਪਰਮਾਤਮਾ ਵਿੱਚ ਸਮਾਈ ਹੈ, ਜਾਂ ਉਸ ਦੀ ਬਿਰਤੀ ਬ੍ਰਹਮਾਕਾਰ ਹੋ ਕੇ ਵਾਹਿਗੁਰੂ ਦੇ ਵਿੱਚ ਸਮਾ ਗਈ ਹੈ। ਸਾਚਾ ਰਾਤੀ ਮਿਲੈ ਮਿਲਾਈ ਜੋ ਸੱਚੇ ਗੁਰਾਂ ਦੇ ਸ਼ਬਦ ਵਿੱਚ ਰੰਗੀ ਹੋਈ ਹੈ, ਉਹ ਗੁਰਾਂ ਦੀ ਮਿਲਾਈ ਹੋਈ ਪਰਮਾਤਮਾ ਪਤੀ ਨਾਲ ਮਿਲ ਜਾਂਦੀ ਹੈ। ਮਨ ਮੁਖ ਆਵਣ ਜਾਣੀ ਅਤੇ ਮਨਮੁਖ ਜੀਵ ਰੂਪ ਇਸਤਰੀ ਆਉਣ ਜਾਣ ਵਾਲੀ ਭਾਵ ਜਨਮ ਧਾਰ ਕੇ ਸੰਸਾਰ 'ਚ ਆਉਂਦੀ ਅਤੇ ਮਰ ਕੇ ਪਰਲੋਕ ਦੇ ਵਿੱਚ ਜੂਨਾਂ ਦੇ ਵਿੱਚ ਟੁਰ ਜਾਂਦੀ ਹੈ। ਜਬ ਨਾਚੀ ਤਬ ਘੂੰਗਟ ਕੈਸਾ। ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਿ ਜਦ ਕੋਈ ਇਸਤਰੀ ਨੱਚਣ ਹੀ ਲੱਗ ਪਈ ਫਿਰ ਘੁੰਡ ਕਾਹਦਾ ਕੱਢਣਾ ਹੈ। ਇਸੇ ਪ੍ਰਕਾਰ ਜਬ ਨਾਚੀ ਤਬ ਘੂੰਗਟ ਕੈਸਾ। ਜਦ ਜਗਿਆਸੂ ਰੂਪ ਇਸਤਰੀ ਪਰਮਾਤਮਾ ਦਾ ਨਿਰਣਾ ਕਰਨ ਰੂਪ ਨੱਚਣ ਲੱਗ ਪਈ, ਤਦੋਂ ਲੋਕ ਮਜਲਾਜਾ ਰੂਪ ਦਵੈਤ ਦਰਸ਼ਨ ਰੂਪ ਘੁੰਡ ਕਾਹਦਾ ਕੱਢਣਾ ਹੈ। ਭਾਵ ਕੋਈ ਲੋੜ ਨਹੀਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਜਦ ਸਰੀਰ ਹੀ ਅਰਪਤਾ ਮਹਾਰਾਜ ਨੂੰ, ਭਾਵੇਂ ਕੋਈ ਚੰਗਾ ਖੀਜੇ ਭਾਵੇਂ ਮਾੜਾ ਖੀਜੇ। ਮੀਰਾ ਬਾਈ ਕ੍ਰਿਸ਼ਨ ਦੇ ਪਿਆਰ 'ਚ ਨੱਚੀ ਜਾਂਦੀ ਸੀ। ਉਹਦੇ ਜੇਠ ਨੇ ਜ਼ਹਿਰ ਪਿਲਾਤੀ ਕਿ ਸਾਡੀ ਕੁਲ ਦੀ ਇਹ ਲਾਜ ਲਾ ਰਹੀ, ਸਾਡੀ ਕੁਲ ਨੂੰ ਪਤਾ ਉਹਨੂੰ ਲੱਗ ਗਿਆ। ਪਰ ਉਹਨੇ ਰਾਮ ਰਾਮ ਕ੍ਰਿਸ਼ਨ ਕ੍ਰਿਸ਼ਨ ਕਰਦਿਆਂ ਪੀ ਲਿਆ। ਕ੍ਰਿਸ਼ਨ ਦਾ ਮੂੰਹ ਨੀਲਾ ਹੋ ਗਿਆ ਤੇ ਪਰ ਮੀਰਾ ਬਾਈ ਨੂੰ ਜ਼ਹਿਰ ਦਾ ਅਸਰ ਨਹੀਂ ਸੀ ਹੋਇਆ। ਤੋ ਇਉਂ ਜਿਹੜਾ ਪ੍ਰਭੂ ਪਿਆਰ ਦੇ ਵਿੱਚ ਹੈ, ਲੋਕ ਭਾਵੇਂ ਜੋ ਮਰਜ਼ੀ ਬੋਲੀ ਜਾਣ, ਉਹ ਦੇਹ ਹੰਤਾ ਰੂਪ ਮਟਕੀ ਫੋੜ ਨਿਰਾਰੀ। ਮੱਟੀ ਨੂੰ ਭੰਨ ਕੇ ਸੂਖਮ ਸਤੂਲ ਦੇਹ ਤੋਂ ਅਸੰਗ ਹੋ ਜਾਂਦੀ ਹੈ। ਗੁਰਮੁਖਾਂ ਨੇ ਦੇਹ ਦੀ ਹੰਗਤਾ ਹੀ ਨਹੀਂ ਕੀਤੀ। ਕੋਈ ਨਿੰਦਦਾ ਹੈ ਅਕਸਰ ਦੇਹ ਨੂੰ ਹੀ ਨਿੰਦਦਾ ਹੈ। ਜਦ ਉਹਨਾਂ ਦੇਹ ਦੀ ਹੰਗਤਾ ਹੀ ਤਿਆਗ ਦਿੱਤੀ ਤੇ ਭਲਾ ਕੋਈ ਨਿੰਦੀ ਜਾਵੇ। ਨਾਨਕ ਆਪੈ ਆਪ ਪਛਾਣੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਗੁਰਮੁਖ ਤਤ ਵਿਚਾਰੀ। ਤਤ ਸਾਧੂ ਬ੍ਰਹਮ ਦੀ ਵਿਚਾਰ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਅੰਤःਕਰਨ ਅੰਦਰ ਸਰੂਪ ਦੇ ਗਿਆਨ ਕਰਕੇ ਆਤਮਾ ਨੂੰ ਸਵੰਗ ਜੋਤੀ ਰੂਪ ਕਰਕੇ ਪਹਿਚਾਨਣਾ ਕੀਤਾ ਹੈ। ਤੁਖਾਰੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਖਾਰੀ ਰਾਗ ਵਿੱਚ ਬਖਸ਼ਿਸ਼ ਵਰਤਾ ਰਹੇ ਹਨ। ਮੇਰੇ ਲਾਲ ਰੰਗੀ
ਨੀਲੇ। ਇਹ ਮੇਰੇ ਆਨੰਦ ਦੇਣ ਵਾਲੇ ਪਿਆਰੇ ਪਰਮਾਤਮਾ, ਹਮ ਲਾਲਨ ਕੇ ਲਾਲੇ। ਅਸੀਂ ਤੇਰੇ ਦਾਸਾਂ ਦੇ ਦਾਸ ਹਾਂ। ਹਮ ਹੋਵੇ ਹੈ ਲਾਲੇ ਗੋਲੇ ਗੁਰਸਿੱਖਾਂ ਕੀ, ਜਿਨੀ ਅਣਦਿਨ ਹਰ ਹੈ ਪ੍ਰਭ ਪੁਰਖ ਧਿਆਇਆ। ਸੋ ਇਸੇ ਤਰ੍ਹਾਂ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾ। ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੇ, ਭਗਤ ਕਰੋ ਤੇਰੀ ਰਾਇਆ। ਪੀਏ ਹੈ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਹੇ ਪਾਤਸ਼ਾਹ, ਜੇ ਤੂੰ ਪਾਣੀ ਪੀਣਾ ਤੇ ਮੈਂ ਲਿਆਵਾਂ ਦਰਿਆ ਤੋਂ ਗੁਰੂ ਅਮਰਦਾਸ ਜੀ ਦੀ ਤਰ੍ਹਾਂ ਪਾਣੀ ਭਰ ਕੇ। ਅੰਮ੍ਰਿਤ ਵੇਲੇ ਤੋਂ ਹੀ ਸੇਵਾ ਪ੍ਰਾਰੰਭ ਹੋ ਜਾਂਦੀ। ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਣਾ, ਉਹ ਤੋਂ ਬਾਅਦ ਆਪ ਇਸ਼ਨਾਨ ਕਰਨਾ, ਫਿਰ ਲੰਗਰ ਦੇ ਵਿੱਚ ਜਲ ਪੂਰਾ ਕਰਨਾ। ਜਦ ਲੰਗਰ 'ਚ ਪੂਰਾ ਹੋ ਜਾਣਾ, ਫਿਰ ਬਾਹਰ ਛਬੀਲ ਆ ਕੇ ਬਹਿ ਜਾਣਾ। ਆਏ ਗਏ ਗੁਰਮੁਖਾਂ ਸੰਗਤਾਂ ਮਹਾਤਮਾ ਨੂੰ ਜਲ ਛਕਾਉਂਦੇ ਰਹਿਣਾ। ਸਾਰੀ ਦਿਹਾੜੀ ਜਲ ਦੀ ਵੀ ਸੇਵਾ ਨਹੀਂ ਮੁੱਕਣੀ। ਤੇ ਜੇ ਤੂੰ ਖਾਣਾ ਹੈ ਤੇ ਮੈਂ ਚੱਕੀ ਪੀ ਕੇ ਆਪਣੇ ਹੱਥੀਂ ਦਾਣਿਆਂ ਤੋਂ ਆਟਾ ਬਣਾ ਕੇ ਤਾਜ਼ੇ ਆਟੇ ਦੇ ਪ੍ਰਸ਼ਾਦੇ ਪਕਾ ਕੇ ਲਿਆਵਾਂ। ਤੋ ਇਸ ਤਰ੍ਹਾਂ ਗੁਰਮੁਖਾਂ ਦਾ ਪ੍ਰੇਮ ਹੈ। ਗੁਰ ਅਲਖ ਲਖਾਇਆ, ਸਤਿਗੁਰਾਂ ਨੇ ਤੇਰਾ ਲੱਖ ਸਰੂਪ ਕਿਰਪਾ ਕਰਕੇ ਜਣਾ ਦਿੱਤਾ ਹੈ। ਅਵਰ ਨਾ ਦੂਜਾ ਭਾਲੇ, ਤੇਰੇ ਤੋਂ ਬਿਨਾ ਅਸੀਂ ਹੋਰ ਕੋਈ ਦੂਜਾ ਲੱਭਦੇ ਨਹੀਂ ਹਾਂ। ਗੁਰ ਅਲਖ ਲਖਾਇਆ, ਜਾਂ ਤਿਸ ਪਾਇਆ। ਹੇ ਪ੍ਰਮਾਤਮਾ, ਜਦੋਂ ਤੂੰ ਆਪਣੀ ਕਿਰਪਾ ਜਾਂ ਪ੍ਰਭ ਕਿਰਪਾ ਤਾਰੀ। ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ, ਤਦੋਂ ਗੁਰੂ ਮਿਲਾਇਆ। ਜਦੋਂ ਤਿਸ ਗੁਰੂ ਨੂੰ ਸਾਡਾ ਪ੍ਰੇਮ ਭਾਇਆ, ਚੰਗਾ ਲੱਗਾ, ਤਾਂ ਗੁਰਾਂ ਨੇ ਤੇਰਾ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਸਰੂਪ ਸ਼ੁੱਧ ਮਨ ਕਰਕੇ ਜਨਾ ਦਿੱਤਾ। ਜਗ ਜੀਵਨ ਦਾਤਾ ਪੁਰਖ ਵਿਧਾਤਾ। ਇਹ ਜਗਤ ਦੇ ਜੀਵਨ ਰੂਪ ਦਾਤਾਰ ਪਰਮਾਤਮਾ, ਤੂੰ ਕਰਮ ਅਨੁਸਾਰ ਫਲ ਪ੍ਰਦਾਤਾ ਪੁਰਖ ਹੈ। ਸਹਿਜ ਮਿਲੈ ਬਨਵਾਰੀ, ਸਹਿਜ ਮਿਲੇ ਇੱਕ ਲਾਂ ਦੇ ਨਾਲ ਹੈ ਬਨਵਾਰੀ। ਇਹ ਸੰਸਾਰ ਬਾਗ ਦੇ ਮਾਲਕ ਪਰਮਾਤਮਾ, ਤੂੰ ਗਿਆਨ ਕਰਕੇ ਮਿਲਦਾ ਹੈ। ਨਦਰ ਕਰੈ ਤੂੰ ਤਾਰਹ ਤਰੀਐ। ਇਹ ਪ੍ਰਭੂ, ਜਦੋਂ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਤੇ ਆਪ ਗੁਰਾਂ ਦੁਆਰਾ ਤਾਰਨਾ ਕਰਦਾ ਹੈ, ਤਦੋਂ ਹੀ ਅਸੀਂ ਤਰ ਸਕਦੇ ਹਾਂ। ਸੱਚ ਦੇਵਾਹੁ ਦੀਨ ਦਿਆਲਾ। ਇਸ ਲਈ ਹੈ ਗਰੀਬਾਂ ਉੱਪਰ ਕਿਰਪਾਲਤਾ ਕਰਨ ਵਾਲੇ ਪਰਮਾਤਮਾ, ਤੂੰ ਆਪਣਾ ਸੱਚਾ ਨਾਮ ਸਾਨੂੰ ਦੇਣਾ ਕਰ। ਪਰਨਵਤ ਨਾਨਕ ਦਾਸਨ ਦਾਸਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਕਿ ਹੇ ਪ੍ਰਭੂ, ਅਸੀਂ ਤੇਰੇ ਸੇਵਕਾਂ ਦੇ ਸੇਵਕ ਹਾਂ। ਤੂੰ ਸਰਬ ਜੀਆਂ ਪ੍ਰਤਪਾਲਾ। ਅਤੇ ਤੂੰ ਸਾਰੇ ਜੀਵਾਂ ਦੇ ਤਾਈਂ ਪਾਲਣਾ ਕਰਨ ਵਾਲਾ ਹੈ। ਭਰਪੁਰ ਧਾਰ ਰਹੇ ਅਤ ਪਿਆਰੇ। ਅਤਿਅੰਤ ਪਿਆਰੇ ਪ੍ਰਭੂ ਜੀ, ਤੁਸੀਂ ਸਾਰੇ ਸੰਸਾਰ ਨੂੰ ਆਪ ਦੇ ਆਸਰੇ ਰਚ ਕੇ ਸਭ ਤਾਈਂ ਲਬਾ ਲਬ ਵਿਆਪਕ ਹੋ ਰਹੇ ਹੋ। ਸਭ ਦੇ ਰਵ ਰਹਿਆ ਗੁਰ ਰੂਪ ਮੁਰਾਰੇ। ਇਹ ਗੁਰੂ ਦਾ ਰੂਪ ਧਾਰਨ ਵਾਲੇ ਮੁਰਾਰੀ ਪਰਮਾਤਮਾ, ਅਸਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਸਭ ਥਾਈਂ ਵਿਆਪਕ ਹੋ ਰਿਹਾ ਜਾਣਿਆ ਹੈ। ਗੁਰ ਰੂਪ ਮੁਰਾਰੇ ਤ੍ਰਿਭਵਨ ਤਾਰੇ। ਗੁਰੂ ਦਾ ਰੂਪ ਧਾਰਨ ਵਾਲੇ ਮੁਰਾਰੀ ਪ੍ਰਭੂ ਨੇ ਤਿੰਨੇ ਲੋਕ ਆਪਣੇ ਆਸਰੇ ਧਾਰਨ ਕੀਤੇ ਹੋਏ ਹਨ। ਤਾਂ ਕਾ ਅੰਤ ਨ ਪਾਇਆ। ਇਸ ਪ੍ਰਭੂ ਦਾ ਕਿਸੇ ਭੇਦਵਾਦੀ ਪਾਸੋਂ ਅੰਤ ਨਹੀਂ ਪਾਇਆ ਜਾਂਦਾ। ਰੰਗੀ ਜਿਨਸੀ ਜੰਤ ਅਪਾਏ।
ਤਰ੍ਹਾਂ ਦੇ ਤੇ ਜਿਨਸਾਂ ਜਿਨਸਾਂ ਦੇ ਜੀਵ ਪੈਦਾ ਕੀਤੇ ਹਨ। ਨਿਤ ਦੇਵੈ ਚੜ੍ਹੈ ਸਵਾਇਆ। ਸਭ ਨੂੰ ਰੋਜੀ ਦਾ ਦਾਨ ਦੇਣਾ ਕਰਦਾ ਹੈ, ਜੋ ਦਾਨ ਨਿਤਾ ਪ੍ਰਤੀ ਦੂਣਾ ਚੌਗਣਾ ਚੜ੍ਹਦਾ ਹੈ। ਜਾਂ ਜਿਨ੍ਹਾਂ ਨੂੰ ਬ੍ਰਹਮਾਨੰਦ ਦੇਣਾ ਕਰਦਾ, ਉਹਨਾਂ ਨੂੰ ਪਹਿਲੀ ਦੂਜੀ ਭੂਮਿਕਾ ਤੋਂ ਸਤਵੀਂ ਭੂਮਿਕਾ ਰੂਪ ਦੂਣਾ ਚੌਗਣਾ ਆਦਿਕ ਆਨੰਦ ਚੜ੍ਹਦਾ ਹੈ। ਜਾਂ ਜਿਨ੍ਹਾਂ ਨੂੰ ਨਾਮ ਦੇਣਾ ਕਰਦਾ, ਉਹਨਾਂ ਦਾ ਜਸ ਨਿਤਾ ਪ੍ਰਤੀ ਦੂਣਾ ਚੌਗਣਾ ਚੜ੍ਹਦਾ ਹੈ। ਅਪਰੰਪਰ ਆਪੇ ਥਾਪੇ ਥਾਪੇ। ਪਰੇ ਤੋਂ ਪਰੇ ਸ੍ਰੇਸ਼ਟ ਪਰਮਾਤਮਾ ਆਪ ਹੀ ਸੰਸਾਰ ਨੂੰ ਅਸਥਿਤ ਕਰਕੇ ਆਪ ਹੀ ਪੁੱਟ ਦਿੰਦਾ, ਨਾਸ਼ ਕਰ ਦਿੰਦਾ ਹੈ। ਤਿਸ ਭਾਵੈ ਸੋ ਹੋਵੈ। ਜੋ ਕੁਝ ਤਿਸ ਨੂੰ ਭਾਉਂਦਾ ਉਹੀ ਕੁਝ ਹੁੰਦਾ ਸੀ, ਹੁੰਦਾ ਹੈ ਅਤੇ ਹੋਵੇਗਾ। ਨਾਨਕ ਹੀਰਾ ਹੀਰਾ ਵਿਦਿਆ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜਿਸ ਨੇ ਆਪਣਾ ਮਨ ਰੂਪ ਹੀਰਾ ਗੁਰਾਂ ਦੇ ਸ਼ਬਦ ਰੂਪ ਹੀਰੇ ਨਾਲ ਵਿੰਨ ਲਿਆ ਹੈ, ਇਸੇ ਪ੍ਰਕਾਰ ਨਾਨਕ ਹੀਰਾ ਹੀਰਾ ਵਿਦਿਆ। ਆਪਣੇ ਮਨ ਦਾ ਕਠੋਰ ਸੁਭਾਅ ਜਿਸ ਨੇ ਗੁਰਾਂ ਦੇ ਸ਼ਬਦ ਨਾਲ ਵਿੰਨ ਲਿਆ ਹੈ, ਗੁਣ ਕੈ ਹਾਰ ਪਰੋਵੈ। ਉਹ ਸ਼ੁਭ ਗੁਣਾਂ ਦੇ ਹਾਰ ਨੂੰ ਆਪਣੇ ਹਿਰਦੇ ਰੂਪੀ ਕੰਠ ਵਿੱਚ ਪਰੋਣਾ ਕਰਦਾ ਹੈ। ਇਸੇ ਪ੍ਰਕਾਰ ਨਾਨਕ ਹੀਰਾ ਹੀਰਾ ਵਿਦਿਆ। ਜੀਵ ਰੂਪ ਹੀਰਾ ਈਸ਼ਰ ਰੂਪ ਹੀਰੇ ਵਿੱਚ ਮਿਲ ਜਾਂਦਾ ਹੈ, ਵਿਦਿਆ ਮਿਲ ਜਾਂਦਾ, ਅਤੇ ਗਿਆਨ ਰੂਪ ਗੁਣ ਦਾ ਗੁਣ ਕੈ ਹਾਰ ਪਰੋਵੈ। ਹਾਰ ਪਰੋ ਕੇ ਆਪਣੇ ਹਿਰਦੇ ਵਿੱਚ ਪਾਉਣਾ ਕਰਦਾ ਹੈ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਹਿਰਦੇ 'ਚ ਪਰੋਤਾ ਹੋਇਆ ਉਹਨਾਂ ਨੇ ਵਾਹਿਗੁਰੂ ਨਾਮ ਗੁਣਾਂ ਦਾ ਹਾਰ। ਗੁਣ ਕੈ ਹਾਰ ਪਰੋਵੈ। ਗੁਣਾਂ ਦਾ ਹਾਰ ਹਿਰਦੇ 'ਚ ਪਰੋਂਦਾ ਹੈ। ਗੁਣ ਗੁਣ ਹੈ ਸਮਾਣੇ, ਮਸਤਕ ਨਾਮ ਨਿਸ਼ਾਨੋ। ਜਿਸ ਦੇ ਮੱਥੇ ਉੱਪਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਨਿਸ਼ਾਨ ਲੇਖ ਹੁੰਦਾ ਹੈ, ਉਸ ਦੇ ਸ਼ੁਭ ਗੁਣ ਧਾਰਨ ਕਰਨ ਨਾਲ ਗੁਣਾ ਸਮਾ ਜਾਂਦੇ ਨੇ। ਜਾਂ ਉਸ ਨੂੰ ਸਤਸੰਗੋਗ ਆਦਿ ਗੁਣਾਂ ਕਰਕੇ ਗਿਆਨ ਰੂਪ ਗੁਣ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਉਹ ਪਰਮਾਤਮਾ ਦੇ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਸੱਚ ਸਾਚ ਸਮਾਇਆ, ਚੁਕਾ ਆਵਣ ਜਾਣੋ। ਸੱਚ ਨਿਸ਼ਚੈ ਕਰਕੇ ਜਾਂ ਸੱਚੇ ਨਾਮ ਨੂੰ ਜਪ ਕੇ ਜਿਸ ਦਾ ਚਿੱਤ ਸੱਚ ਰੂਪ ਦੇ ਵਿੱਚ ਸਮਾ ਗਿਆ ਹੈ, ਉਸ ਦਾ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਤੇ ਪਰਲੋਕ ਜਾਂ ਜੂਨਾਂ ਵਿੱਚ ਜਾਣਾ ਚੁੱਕਿਆ ਗਿਆ ਹੈ। ਸੱਚ ਸਾਚ ਪਛਾਤਾ, ਸਾਚੈ ਰਾਤਾ। ਜਿਨ੍ਹਾਂ ਨੇ ਸੱਚੇ ਗੁਰਾਂ ਦੁਆਰਾ ਸੱਚੇ ਨਾਮ ਨੂੰ ਪਹਿਚਾਣਿਆ, ਉਹ ਸੱਚੇ ਪਰਮਾਤਮਾ ਦੇ ਵਿੱਚ ਰੰਗਿਆ ਜਾਂਦਾ ਹੈ। ਸਾਚ ਮਿਲੈ ਮਨ ਪਾਵੈ। ਉਹ ਸੱਚੇ ਨਾਮ ਦੇ ਵਿੱਚ ਮਿਲਿਆ ਰਹਿੰਦਾ ਹੈ ਅਤੇ ਸੱਚਾ ਨਾਮ ਹੀ ਉਸ ਨੂੰ ਹਿਰਦੇ ਵਿੱਚ ਭਾਉਂਦਾ ਹੈ। ਸਾਚੇ ਉਪਰ ਆਵਰਨ ਦੀਸਾ। ਉਸ ਨੂੰ ਸੱਚੇ ਅਕਾਲ ਪੁਰਖ ਤੋਂ ਉੱਪਰ ਹੋਰ ਕੋਈ ਵੀ ਨਹੀਂ ਦਿਸਦਾ। ਸਾਚੇ ਸਾਚ ਸਮਾਵੈ। ਉਹ ਸੱਚੇ ਨਾਮ ਨੂੰ ਜਪ ਕੇ ਸੱਚ ਸਰੂਪ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਮੋਹਨ ਮੋਹਿ ਲਿਆ ਮਨ ਮੇਰਾ। ਉਹ ਲੈਣ ਵਾਲੇ ਪਰਮਾਤਮਾ ਨੇ ਮੇਰਾ ਹਿਰਦਾ ਮੋਹ ਲੈਣਾ ਕੀਤਾ ਹੈ। ਬੰਧਨ ਖੋਲ ਨਰਾਰੇ। ਅਤੇ ਕਰਤਾ ਭੋਗਤਾ ਤੇ ਹੰਗਤਾ ਮਮਤਾ ਦੇ ਬੰਧਨ ਜੰਜਾਲ ਖੋਲ ਕੇ ਅਸੰਗ ਕਰ ਦਿੱਤਾ ਹੈ। ਨਾਨਕ ਜੋਤੀ ਜੋਤ ਸਮਾਣੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ, ਜਾਂ ਮਿਲਿਆ ਅਤ ਪਿਆਰੇ। ਜਦ ਮੈਂ ਅਤਿਅੰਤ ਪਿਆਰੇ ਸਤਿਗੁਰਾਂ ਨੂੰ ਮਿਲਿਆ
ਤਦੋਂ ਮੇਰੀ ਪਰਤਕ ਜੋਤ ਅਦਵੈਤ ਆਨੰਦ ਸਰੂਪ ਜੋਤੀ ਪਰਮਾਤਮਾ ਦੇ ਵਿੱਚ ਸਮਾ ਗਈ। ਸੱਚ ਘਰ ਖੋਜ ਲਹੇ, ਜੋ ਗੁਰਾਂ ਦਾ ਸਤ ਸੰਗਤ ਰੂਪ, ਸਾਚਾ ਗੁਰ ਥਾਨੋ, ਸੱਚਾ ਗੁਰਾਂ ਦਾ ਸੰਗਤ ਰੂਪ ਥਾਂ ਹੈ। ਉਸ ਦੁਆਰਾ ਸੱਚ ਸਰੂਪ ਰੂਪੀ ਘਰ ਨੂੰ ਗੁਰਮੁਖ ਲੱਭ ਲੈਂਦੇ ਨੇ। ਜਿਹੜੇ ਗੁਰਮੁਖ ਨੇ ਆਏ ਝਰੋਖੇ ਖੋਲ੍ਹਿਆ ਬਾਰੀ, ਆਪਦੇ ਝਰੋਖੇ ਬਾਰੀਆਂ ਖੋਲ੍ਹ ਕੇ ਸੰਗਤ ਰੂਪੀ ਘਰ ਵਿੱਚ ਬੈਠਦੇ ਨੇ। ਅੱਖਾਂ ਨੱਕ ਮੂੰਹ ਕੰਨ ਆਦਿਕ ਸਾਵਧਾਨ ਏਕਾਗਰ ਚੀਤ, ਮਨ ਮੁਖ ਨਹਿ ਪਾਈਐ ਗੁਰਮੁਖ ਗਿਆਨੋ। ਗੁਰਮੁਖਾਂ ਵਾਲਾ ਗਿਆਨ ਮਨਮੁਖ ਨਹੀਂ ਪਾ ਸਕਦੇ, ਜਾਂ ਮਨਮੁਖ ਹਰੀ ਨੂੰ ਨਹੀਂ ਪਾ ਸਕਦੇ। ਗੁਰਮੁਖ ਹੀ ਗੁਰਾਂ ਦੁਆਰਾ ਗਿਆਨ ਪ੍ਰਾਪਤ ਕਰਕੇ ਹਰੀ ਨੂੰ ਪਾਉਣਾ ਕਰਦੇ ਨੇ। ਦੇਵੈ ਸਚ ਦਾਨੋ ਸੋ ਪਰਵਾਨੋ, ਪਰਮਾਤਮਾ ਜਿਸ ਨੂੰ ਆਪਣੇ ਸੱਚੇ ਨਾਮ ਦਾ ਦਾਨ ਦੇਣਾ ਕਰਦਾ, ਉਹ ਮਨੁੱਖ ਲੋਕ ਪਰਲੋਕ ਵਿੱਚ ਸਫਲ ਜੀਵਨ ਵਾਲਾ ਹੁੰਦਾ ਹੈ। ਸਦ ਦਾਤਾ ਵਡਦਾਣਾ, ਉਹ ਪਰਮਾਤਮਾ ਹੀ ਹਮੇਸ਼ਾ ਰੋਜ਼ੀ ਗਿਆਨ ਆਦਿਕ ਦਾ ਦਾਨੀ ਹੈ ਅਤੇ ਵੱਡੇ ਦਾਨਾਈ ਵਾਲਾ ਅੰਤਰਜਾਮੀ ਹੈ। ਪ੍ਰਭ ਮੇਰਾ ਅੰਤਰਜਾਮੀ ਜਾਣ, ਅਮਰ ਅਜੋਨੀ ਅਸਥਿਰ ਜਾਪੈ। ਉਹ ਪਰਮਾਤਮਾ ਮਰਨ ਤੋਂ ਰਹਿਤ, ਜੂਨਾਂ ਤੋਂ ਰਹਿਤ ਅਤੇ ਅਸਥਿਤ ਰੂਪ ਜਾਣੀਦਾ ਹੈ। ਸਾਚਾ ਮਹਿਲ ਚਰਾਣਾ, ਉਸ ਦਾ ਜਿਹੜਾ ਮਹਿਲ ਸਰੂਪ ਹੈ ਉਹ ਸੱਚਾ ਤੇ ਚਿਰੰਗ ਕਾਲ ਦਾ ਹੈ, ਅਨਾਦਿ ਕਾਲ ਦਾ ਹੈ। ਦੋ ਤੇ ਉੱਚਾ ਪਦ ਲੇਖ ਨ ਲਿਖੀਆਂ, ਪ੍ਰਗਟੀ ਜੋਤ ਮੁਰਾਰੀ। ਐਸੇ ਮੁਰਾਰੀ ਪਰਮਾਤਮਾ ਦੀ ਜੋਤ ਜਿਸ ਦੇ ਹਿਰਦੇ ਅੰਦਰ ਪ੍ਰਗਟ ਹੋਈ ਹੈ, ਉਸ ਦੇ ਰੋਜ਼ਾਨਾ ਕਰਮਾਂ ਦੇ